ਵਿਦਿਆਰਥੀਓ, ਅੱਜ ਦੇ ਲੈਕਚਰ ਦਾ ਸਾਡਾ ਟੌਪਿਕ ਹੈ ਪੁਨਰ ਜਾਗਰਣ ਦਾ ਵਿਕਾਸ ਅਤੇ ਪ੍ਰਸਾਰ। ਪੁਨਰ ਜਾਗਰਣ ਦਾ ਆਰੰਭ ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਹੋਇਆ ਸੀ। ਛੇਤੀ ਹੀ ਇਸ ਦਾ ਵਿਕਾਸ ਅਤੇ ਪ੍ਰਸਾਰ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੋ ਗਿਆ। ਪੁਨਰ ਜਾਗਰਣ ਦਾ ਵਿਕਾਸ ਵੱਖ-ਵੱਖ ਖੇਤਰਾਂ ਦੇ ਵਿੱਚ ਹੋਇਆ। ਅੱਜ ਆਪਾਂ ਗੱਲ ਕਰਾਂਗੇ ਸਾਹਿਤ ਦੇ ਖੇਤਰ ਦੇ ਵਿੱਚ ਵਿਕਾਸ ਦੀ। ਇਤਾਲਵੀ ਸਾਹਿਤ ਦੇ ਵਿੱਚ ਪੁਨਰ ਜਾਗਰਣ ਕਾਲ ਦੀ ਸਭ ਤੋਂ ਪਹਿਲੀ ਪ੍ਰਾਪਤੀ ਸਾਹਿਤਕ ਵਿਕਾਸ ਸੀ, ਜਿਸ ਵਿੱਚ ਇਟਲੀ ਨੇ ਯੂਰਪੀ ਦੇਸ਼ਾਂ ਦੀ ਰਹਿਨੁਮਾਈ ਕੀਤੀ। ਵਿਦਵਾਨਾਂ ਨੇ ਪਹਿਲੀ ਵਾਰ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਗ੍ਰੰਥਾਂ ਦੀ ਰਚਨਾ ਕੀਤੀ, ਜਿਸ ਨੇ ਆਮ ਲੋਕਾਂ ਨੂੰ ਨਾ ਕੇਵਲ ਰਾਸ਼ਟਰੀ ਭਾਸ਼ਾ ਪ੍ਰਦਾਨ ਕੀਤੀ, ਸਗੋਂ ਇਟਲੀ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਵਿੱਚ ਏਕਤਾ ਦੀ ਭਾਵਨਾ ਵੀ ਪੈਦਾ ਕੀਤੀ, ਜੋ ਅੰਤ ਦੇ ਵਿੱਚ 1870 ਈਸਵੀ ਦੇ ਵਿੱਚ ਇਟਲੀ ਨੂੰ ਇੱਕ ਰਾਸ਼ਟਰ ਬਣਾਉਣ ਵਿੱਚ ਸਹਾਇਕ ਸਿੱਧ ਹੋਈ। ਇਤਾਲਵੀ ਭਾਸ਼ਾ ਦੇ ਵਿੱਚ ਸਾਹਿਤ ਦਾ ਵਿਕਾਸ 13ਵੀਂ 14ਵੀਂ ਸਦੀ ਦੇ ਵਿੱਚ ਹੋਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਦਾਂਤੇ ਦੀ। ਇਸ ਨੂੰ ਈਸਾਈ ਜਗਤ ਦੇ ਸਮੰਤੀ ਕਾਲ ਦਾ ਸਭ ਤੋਂ ਮਹਾਨ ਕਵੀ ਕਿਹਾ ਜਾਂਦਾ ਹੈ। ਇਸ ਦੀਆਂ ਲਿਖਤਾਂ ਨੇ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਉਸ ਦਾ ਜਨਮ 1265 ਈਸਵੀ ਵਿੱਚ ਫਲੋਰੈਂਸ ਵਿਖੇ ਹੋਇਆ। ਦਾਂਤੇ ਇੱਕ ਗੰਭੀਰ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ। ਉਸ ਨੇ ਪਾਦਰੀਆਂ ਦੇ ਪਖੰਡਾਂ, ਭ੍ਰਿਸ਼ਟਾਚਾਰੀ ਜੀਵਨ ਦੀ ਨਿਖੇਧੀ ਕੀਤੀ ਸੀ। ਉਸ ਦੀਆਂ ਲਿਖਤਾਂ ਵਿੱਚ ਚਰਚ ਪ੍ਰਤੀ ਸ਼ਰਧਾ ਅਤੇ ਪੋਪ ਪ੍ਰਤੀ ਘਿਰਣਾ ਦੀ ਝਲਕ ਦਿਖਾਈ ਦਿੰਦੀ ਹੈ। ਦਾਂਤੇ ਦੀ ਸਭ ਤੋਂ ਪ੍ਰਸਿੱਧ ਪੁਸਤਕ ਡਿਵਾਈਨ ਕਮੇਡੀ ਸੀ। ਇਸ ਵਿੱਚ ਇੱਕ ਮਨ ਘੜਤ ਕਥਾ ਦਾ ਵਰਣਨ ਕੀਤਾ ਹੋਇਆ ਹੈ। ਇਸ ਦੇ 3 ਭਾਗ ਨੇ। ਪਹਿਲਾ ਹੈ ਨਰਕ, ਦੂਸਰਾ ਆਤਮ ਸ਼ੁੱਧੀ, ਤੀਸਰਾ ਸਵਰਗ। ਇਸ ਕਥਾ ਵਿੱਚ ਦਾਂਤੇ ਨੇ ਨਰਕ ਤੇ ਸਵਰਗ ਦੀ ਯਾਤਰਾ ਦਾ ਵਰਣਨ ਕੀਤਾ ਹੈ। ਸ਼ੁਰੂ ਦੇ ਵਿੱਚ ਦਾਂਤੇ ਨਰਕ ਵਿਚਲੇ ਦੁੱਖਾਂ, ਦਰਦਾਂ ਦਾ ਦ੍ਰਿਸ਼ ਪੇਸ਼ ਕਰਦਾ ਹੈ। ਇਸ ਪਿੱਛੋਂ ਉਹ ਪ੍ਰਾਸ਼ਚਿਤ ਸਥਾਨ ਦਾ ਦ੍ਰਿਸ਼ ਪੇਸ਼ ਕਰਦਾ ਹੈ, ਜਿੱਥੇ ਕਠੋਰ ਤੇ ਸੰਜਮੀ ਜੀਵਨ ਨਾਲ ਆਤਮਾ ਸ਼ੁੱਧੀ ਹੁੰਦੀ ਹੈ। ਅੰਤ ਵਿੱਚ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਜੋ ਆਨੰਦ ਅਤੇ ਸੰਤੋਖ ਦਾ ਸਥਾਨ ਹੈ। ਇਸ ਪੁਸਤਕ ਦਾ ਉਦੇਸ਼ ਮਨੁੱਖ ਨੂੰ ਨੈਤਿਕ ਅਤੇ ਸਦਾਚਾਰੀ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਹੈਗਾ। ਦਾਂਤੇ ਦੀਆਂ ਲਿਖਤਾਂ ਨੇ ਸਾਹਿਤਕਾਰਾਂ ਨੂੰ ਇੱਕ ਨਵੀਂ ਦਿਸ਼ਾ ਤੇ ਜਨ ਸਧਾਰਨ ਨੂੰ ਇੱਕ ਨਵੀਂ ਪ੍ਰੇਰਨਾ ਦਿੱਤੀ ਸੀ। ਸਾਹਿਤਕ ਖੇਤਰ ਦੇ ਵਿੱਚ ਉਸ ਨੇ ਆਧੁਨਿਕ ਯੁੱਗ ਦਾ ਆਰੰਭ ਕੀਤਾ। ਦੂਸਰਾ ਹੈ ਫਰਾਂਸਿਸਕੋ ਪੈਟਰਾਰਕ। ਪੈਟਰਾਰਕ ਦਾ ਜਨਮ 1304 ਈਸਵੀ ਵਿੱਚ ਫਲੋਰੈਂਸ ਵਿਖੇ ਹੋਇਆ। ਉਸ ਦੇ ਪਿਤਾ ਦੇ ਵਿਰੋਧੀ ਰਾਜਨੀਤਿਕ ਵਿਚਾਰਾਂ ਕਰਕੇ ਉਸ ਨੂੰ ਜੀਵਨ ਦਾ ਵਧੇਰੇ ਸਮਾਂ ਫਲੋਰੈਂਸ ਤੋਂ ਬਾਹਰ ਹੀ ਰਹਿਣਾ ਪਿਆ। ਮੁੱਢਲੀ ਸਿੱਖਿਆ ਉਸ ਨੇ ਬਲੋਗਨਾ, ਮੈਂਟਾਪੇਲੀਅਰ ਵਿਖੇ ਪ੍ਰਾਪਤ ਕੀਤੀ। ਕੁਝ ਸਮੇਂ ਲਈ ਚਰਚ ਵਿੱਚ ਨੌਕਰੀ ਕਰਨ ਤੋਂ ਬਾਅਦ ਉਸ ਨੇ ਆਪਣਾ ਵਧੇਰੇ ਸਮਾਂ ਪੁਰਾਤਨ ਲਤੀਨੀ ਗ੍ਰੰਥਾਂ ਦੇ ਅਧਿਐਨ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਇਤਾਲਵੀ ਭਾਸ਼ਾ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ, ਜਿਹੜੀਆਂ ਲੋਕਾਂ ਨੇ ਕਾਫੀ ਪਸੰਦ ਕੀਤੀਆਂ। ਉਸ ਦੀ ਸਾਹਿਤ ਰਚਨਾ ਵਿੱਚ ਬਹੁਤ ਰੁਚੀ ਸੀ। ਉਸ ਨੇ ਪ੍ਰਸਿੱਧ ਰੋਮਨ ਜਨਰਲ ਸਪੀਓ ਆਫਰੀਕੈਨਸ ਉੱਤੇ ਮਹਾਕਾਵਿ ਲਿਖਿਆ। ਉਸ ਦੀ ਜੂਲੀਅਸ ਸੀਜ਼ਰ ਅਤੇ ਪੋਪ ਪਦ ਦੀ ਰੋਮ ਤੋਂ
ਐਵੇਗਨਨ ਵਿਖੇ ਤਬਦੀਲੀ ਸੰਬੰਧੀ ਰਚਨਾਵਾਂ ਕਾਫੀ ਪ੍ਰਸਿੱਧ ਹੋਈਆਂ। ਉਹ ਯੂਨਾਨੀ ਭਾਸ਼ਾ ਨੂੰ ਪਿਆਰ ਕਰਦਾ ਸੀ, ਪਰ ਉਹ ਲਤੀਨੀ ਭਾਸ਼ਾ ਨੂੰ ਯੂਨਾਨੀ ਤੋਂ ਸ੍ਰੇਸ਼ਟ ਸਮਝਦਾ ਸੀ। ਉਸ ਦੇ ਸਮੇਂ ਫਲੋਰੈਂਸ ਦਾ ਨਗਰ ਮਾਨਵਵਾਦ ਦਾ ਕੇਂਦਰ ਬਣ ਗਿਆ ਸੀ। ਉਸ ਦੀਆਂ ਸਾਹਿਤਕ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਪੋਪ ਨੇ ਉਸ ਨੂੰ ਬਹੁਤ ਸਾਰਾ ਧਨ ਦਾਨ ਦੇ ਰੂਪ ਦੇ ਵਿੱਚ ਦਿੱਤਾ। ਪੈਰਿਸ ਦੀ ਯੂਨੀਵਰਸਿਟੀ, ਰੋਮ ਦੇ ਨਗਰ ਵਾਸੀਆਂ ਨੇ ਵੀ ਉਸ ਨੂੰ ਕਾਫੀ ਵਾਰੀ ਸਨਮਾਨਿਤ ਕੀਤਾ ਸੀ। ਉਸ ਨੇ ਇਟਲੀ ਨੂੰ ਧਰਤੀ ਉੱਤੇ ਸਭ ਤੋਂ ਪਿਆਰਾ ਦੇਸ਼ ਦੱਸਿਆ ਸੀ ਅਤੇ ਆਪਣੇ ਦੇਸ਼ ਵਾਸੀਆਂ ਨੂੰ ਪੁਰਾਤਨ ਰੋਮ ਦੇ ਸਦਗੁਣ ਬਹਾਲ ਕਰਨ ਲਈ ਆਖਿਆ ਸੀ। ਤੀਸਰਾ ਹੈ ਗਿਓਵਨੀ ਬੋਕਾਸੀਓ। ਇਸ ਨੂੰ 14ਵੀਂ ਸਦੀ ਦਾ ਮਹਾਨ ਸਾਹਿਤਕਾਰ ਤੇ ਮਾਨਵਵਾਦੀ ਕਿਹਾ ਜਾਂਦਾ ਹੈ। ਇਸ ਨੇ ਇਤਾਲਵੀ ਭਾਸ਼ਾ ਦੇ ਵਿੱਚ ਵਾਰਤਕ ਲੇਖਣ ਵਿੱਚ ਨਵੀਂ ਸ਼ੈਲੀ ਦਾ ਵਿਕਾਸ ਕੀਤਾ ਸੀ, ਜਿਸ ਕਾਰਨ ਉਸ ਨੂੰ ਇਤਾਲਵੀ ਵਾਰਤਕ ਦਾ ਪਿਤਾ ਮੰਨਿਆ ਜਾਂਦਾ ਹੈ। ਉਹ ਕਹਾਣੀਕਾਰ ਵਜੋਂ ਬਹੁਤ ਪ੍ਰਸਿੱਧ ਹੋਇਆ। ਉਸ ਦੀ ਸਭ ਤੋਂ ਮਹਾਨ ਰਚਨਾ ਦੀ ਕੈਮਰੋਨ ਸੀ, ਜੋ ਇਤਾਲਵੀ ਭਾਸ਼ਾ ਵਿੱਚ ਲਿਖੀਆਂ 100 ਕਹਾਣੀਆਂ ਦਾ ਸੰਗ੍ਰਹਿ ਸੀ। ਬੋਕਾਸੀਓ ਦੀ ਦੂਜੀ ਪ੍ਰਸਿੱਧ ਰਚਨਾ ਜੀਨੀਓਲੋਜੀ ਆਫ ਦੀ ਗੋਡਸ, ਇਸ ਵਿੱਚ ਸਪਸ਼ਟ ਕੀਤਾ ਹੈ ਕਿ ਗਿਆਨ ਕਿਵੇਂ ਮਨੁੱਖ ਨੂੰ ਗੁਣਵਾਨ ਤੇ ਬੁੱਧੀਮਾਨ ਬਣਾਉਂਦਾ ਹੈ। ਚੌਥਾ ਹੈ ਨਿਕੋਲੋ ਮੈਕਿਆਵਲੀ। ਇਟਲੀ ਦੇ ਪੁਨਰ ਜਾਗਰਣ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਨਿਕੋਲੋ ਮੈਕਿਆਵਲੀ ਸੀ। ਇਹ ਫਲੋਰੈਂਸ ਦਾ ਰਹਿਣ ਵਾਲਾ ਸੀ। ਉਸ ਨੇ ਕਈ ਸਾਲ ਸਕੱਤਰ ਵਜੋਂ ਫਲੋਰੈਂਸ ਦੇ ਵਿੱਚ ਨੌਕਰੀ ਕੀਤੀ। ਦੂਜੇ ਮਾਨਵਵਾਦੀ ਵਿਦਵਾਨਾਂ ਦੀ ਤਰ੍ਹਾਂ ਉਹ ਚਰਚ ਅਤੇ ਇਸ ਵਿੱਚ ਪ੍ਰਚਲਿਤ ਬੁਰਾਈਆਂ ਦਾ ਵੀ ਵਿਰੋਧੀ ਸੀ। ਉਸ ਨੇ ਇਤਾਲਵੀ ਭਾਸ਼ਾ ਵਿੱਚ ਮੈਂਡਰਾਗੋਲਾ ਇੱਕ ਨਾਟਕ ਲਿਖਿਆ, ਜਿਸ ਵਿੱਚ ਸਮਕਾਲੀ ਸਮਾਜ ਉੱਤੇ ਵਿਅੰਗ ਕੀਤਾ। ਉਸ ਨੇ ਫਲੋਰੈਂਸ ਗਣਤੰਤਰ ਦਾ ਇਤਿਹਾਸ ਵੀ ਲਿਖਿਆ। ਇਸ ਤੋਂ ਬਿਨਾਂ ਉਸ ਨੇ ਪ੍ਰਿੰਸ ਨਾਮਕ ਇੱਕ ਪੁਸਤਕ ਦੀ ਰਚਨਾ ਕੀਤੀ, ਜੋ ਰਾਜਨੀਤੀ ਬਾਰੇ ਇੱਕ ਧਰਮ ਨਿਰਪੇਖ ਗ੍ਰੰਥ ਸੀ। ਇਸ ਗ੍ਰੰਥ ਵਿੱਚ ਉਸ ਸਮੇਂ ਦੀਆਂ ਕੇਵਲ ਰਾਜਨੀਤਿਕ ਸਮੱਸਿਆਵਾਂ ਤੇ ਪ੍ਰਥਾਵਾਂ ਦਾ ਹੀ ਵਰਣਨ ਨਹੀਂ, ਸਗੋਂ ਸ਼ਾਸਕਾਂ ਲਈ ਪ੍ਰਸ਼ਾਸਨ ਸੰਬੰਧੀ ਨਿਯਮਾਂ ਦਾ ਵੀ ਉਲੇਖ ਕੀਤਾ ਗਿਆ ਸੀ। ਮੈਕਿਆਵਲੀ ਨੇ ਰਾਜਨੀਤੀ ਨੂੰ ਧਰਮ ਤੋਂ ਵੱਖ ਕਰ ਦਿੱਤਾ। ਉਸ ਦੇ ਉਲੀਕੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਈ ਯੂਰਪੀ ਦੇਸ਼ਾਂ ਦੇ ਸਮਰਾਟਾਂ ਨੇ 17ਵੀਂ ਸਦੀ ਦੇ ਵਿੱਚ ਰਾਸ਼ਟਰ ਰਾਜਾਂ ਦਾ ਨਿਰਮਾਣ ਕੀਤਾ। ਮੈਕਿਆਵਲੀ ਪੁਨਰ ਜਾਗਰਣ ਕਾਲ ਦਾ ਵਾਸਤਵਿਕ ਪ੍ਰਤੀਨਿਧ ਸੀ, ਜਿਹੜਾ ਤਰਕਵਾਦ, ਮਾਨਵਵਾਦ, ਵਿਅਕਤੀਵਾਦ, ਯਥਾਰਥਵਾਦ ਤੇ ਰਾਸ਼ਟਰਵਾਦ ਦਾ ਉਤਸ਼ਾਹੀ ਸਮਰਥਕ ਸੀ। ਪੁਨਰ ਜਾਗਰਣ ਦੇ ਵਿਕਾਸ ਵਿੱਚ ਫਰਾਂਸੀਸੀ ਸਾਹਿਤਕਾਰਾਂ ਨੇ ਵੀ ਯੋਗਦਾਨ ਪਾਇਆ। ਪਹਿਲਾ ਹੈ ਇਹਨਾਂ ਦੇ ਵਿੱਚੋਂ ਫਰਾਂਸਿਸ ਰੈਬੇਲਾਈਸ। ਰੈਬੇਲਾਈਸ ਨੇ ਆਪਣੀ ਪ੍ਰਸਿੱਧ ਰਚਨਾ ਗਰਗਾਂਤੂਆ ਦੇ ਵਿੱਚ ਵਿਅੰਗਾਤਮਕ ਢੰਗ ਨਾਲ ਸਮਾਜ ਵਿੱਚ ਪ੍ਰਚਲਿਤ ਅੰਧ ਵਿਸ਼ਵਾਸਾਂ ਦਾ ਖੰਡਨ ਕਰਦੇ ਹੋਏ ਵਿਅਕਤੀਗਤ ਬੌਧਿਕ ਸੁਤੰਤਰਤਾ ਦੇ ਉੱਤੇ ਜ਼ੋਰ ਦਿੱਤਾ। ਉਸ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖ ਨੂੰ ਸਮਾਜ ਵਿੱਚ ਸਨਮਾਨਯੋਗ ਸਥਾਨ ਦੇਣ ਸੰਬੰਧੀ ਵਿਚਾਰਾਂ ਦਾ ਪ੍ਰਚਾਰ ਕੀਤਾ, ਜੋ ਪੁਨਰ ਜਾਗਰਣ ਕਾਲ ਦੀ ਕ੍ਰਾਂਤੀਕਾਰੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਦੂਸਰਾ ਹੈ ਮਾਈਕਲ ਦਾ ਮਾਂਤੇਨ। ਇਹ ਇੱਕ ਨਿਬੰਧ ਲੇਖਕ ਸੀ।
ਇਸ ਨੇ ਆਪਣੇ ਲੇਖਾਂ ਦੇ ਦੁਆਰਾ ਮਨੁੱਖੀ ਸੁਤੰਤਰਤਾ, ਵਿਸ਼ਵ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਚਾਰ ਕੀਤਾ। ਉਸ ਨੇ ਪ੍ਰਾਚੀਨ ਯੂਨਾਨੀ ਤੇ ਲਾਤੀਨੀ ਫਿਲਾਸਫਰਾਂ ਦੀਆਂ ਲਿਖਤਾਂ ਤੋਂ ਪ੍ਰੇਰਨਾ ਪ੍ਰਾਪਤ ਕੀਤੀ। ਇਸ ਦੀਆਂ ਲਿਖਤਾਂ ਦੇ ਵਿੱਚ ਅੰਧ ਵਿਸ਼ਵਾਸ ਅਤੇ ਤਿਆਗ ਦਾ ਨਾਂ ਨਿਸ਼ਾਨ ਨਹੀਂ ਸੀ, ਸਿਰਫ ਸਿਸ਼ਟਤਾ ਤੇ ਆਨੰਦਪੂਰਨ ਜੀਵਨ ਦੀ ਸ਼ਲਾਘਾ ਕੀਤੀ ਗਈ ਸੀ। 16ਵੀਂ ਸਦੀ ਵਿੱਚ ਅੰਗਰੇਜ਼ੀ ਸਾਹਿਤ ਉੱਨਤੀ ਦੇ ਸਿਖਰ 'ਤੇ ਪੁੱਜ ਚੁੱਕਿਆ ਸੀ। ਇਸ ਕਾਲ ਦੇ ਵਿੱਚ ਬਹੁਤ ਸਾਰੇ ਵਿਦਵਾਨਾਂ, ਕਵੀਆਂ, ਨਾਟਕਕਾਰਾਂ ਨੇ ਅੰਗਰੇਜ਼ੀ ਸਾਹਿਤ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ। ਸਭ ਤੋਂ ਪਹਿਲਾਂ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਜਿਓਫਰੇ ਚੌਸਰ ਸੀ। ਉਹ ਇਟਲੀ ਦੇ ਵਿਦਵਾਨ ਬੋਕਾਸੀਓ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਸ ਦੀ ਵਿਸ਼ਵ ਪ੍ਰਸਿੱਧ ਰਚਨਾ ਕੈਂਟਰਬਰੀ ਟੇਲਜ਼ ਸੀ। ਦੂਸਰਾ ਅੰਗਰੇਜ਼ੀ ਸਾਹਿਤਕਾਰ ਟਾਮਸ ਮੂਰ ਸੀ। ਇਹ ਇੰਗਲੈਂਡ ਦਾ ਦੂਜਾ ਪ੍ਰਸਿੱਧ ਸਾਹਿਤਕਾਰ ਸੀ। ਉਸ ਨੇ ਆਪਣੀ ਪ੍ਰਸਿੱਧ ਰਚਨਾ ਯੂਟੋਪੀਆ ਵਿੱਚ ਸਮਕਾਲੀਨ ਸਮਾਜ ਅਤੇ ਸ਼ਾਸਨ ਦੀਆਂ ਬੁਰਾਈਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇੱਕ ਆਦਰਸ਼ ਸਮਾਜ ਦੀ ਤਸਵੀਰ ਪੇਸ਼ ਕੀਤੀ ਸੀ। ਤੀਸਰਾ ਐਡਮੰਡ ਸਪੈਂਸਰ। ਇਸ ਨੇ ਫੇਰੀ ਕੁਈਨ ਨਾਮੀ ਇੱਕ ਕਿਤਾਬ ਦੀ ਰਚਨਾ ਕੀਤੀ, ਜਿਸ ਵਿੱਚ ਇਸ ਨੇ ਪ੍ਰਿੰਸ ਆਰਥਰ ਦੇ ਸਦਾਚਾਰੀ ਜੀਵਨ ਨੂੰ ਲਿਖਿਆ ਸੀ। ਚੌਥਾ ਫਰਾਂਸਿਸ ਬੇਕਨ। ਇਹ ਆਪਣੇ ਯੁੱਗ ਦਾ ਸਭ ਤੋਂ ਮਹਾਨ ਅੰਗਰੇਜ਼ੀ ਨਿਬੰਧ ਲੇਖਕ ਮੰਨਿਆ ਜਾਂਦਾ ਹੈ। ਇਸ ਨੇ ਆਪਣੇ ਲੇਖਾਂ ਦੇ ਵਿੱਚ ਇੱਕ ਆਦਰਸ਼ ਰਾਜ ਦੇ ਨਿਰਮਾਣ ਦੀ ਭਾਵਨਾ ਪ੍ਰਗਟ ਕੀਤੀ ਸੀ। ਪੰਜਵਾਂ ਹੈ ਵਿਲੀਅਮ ਸ਼ੇਕਸਪੀਅਰ। ਪੁਨਰ ਜਾਗਰਣ ਕਾਲ ਦਾ ਸਭ ਤੋਂ ਮਹਾਨ ਸਾਹਿਤਕਾਰ ਸੀ। ਇਸ ਨੇ ਦੁਖਾਂਤ ਤੇ ਸੁਖਾਂਤ ਦੋਨਾਂ ਤਰ੍ਹਾਂ ਦੇ ਨਾਟਕਾਂ ਦੀ ਰਚਨਾ ਕੀਤੀ ਸੀ, ਜਿਨ੍ਹਾਂ ਦੀ ਕੁੱਲ ਗਿਣਤੀ 38 ਹੈ। ਉਸ ਦੇ ਨਾਟਕਾਂ ਦੇ ਵਿੱਚੋਂ ਮਰਚੈਂਟ ਆਫ ਵੀਨਸ, ਰੋਮੀਓ ਜੂਲੀਅਟ, ਹੈਮਲਟ ਇਹ ਪ੍ਰਮੁੱਖ ਨੇ। ਉਸ ਨੇ ਆਪਣੇ ਨਾਟਕਾਂ ਦੇ ਵਿੱਚ ਮਨੁੱਖੀ ਸ਼ਖਸੀਅਤ ਦੇ ਹਰ ਪਹਿਲੂ ਨੂੰ ਉਭਾਰਿਆ ਸੀ। ਉਸ ਨੇ ਆਪਣੇ ਨਾਟਕਾਂ ਵਿੱਚ ਦੇਸ਼ ਭਗਤੀ, ਮਾਨਵਵਾਦ ਦੀ ਝਲਕ ਪੇਸ਼ ਕੀਤੀ ਸੀ। ਕਾਰਟਰ ਤੇ ਮੀਅਰਜ਼ ਦੇ ਕਥਨ ਦੇ ਅਨੁਸਾਰ ਸ਼ੇਕਸਪੀਅਰ ਦੀਆਂ ਲਿਖਤਾਂ ਸਭ ਯੁੱਗਾਂ ਲਈ ਹਨ ਅਤੇ ਉਸ ਦੇ ਨਾਟਕਾਂ ਦੇ ਮਹਾਨ ਪਾਤਰ ਕਦੀ ਵੀ ਮਨੋਂ ਨਹੀਂ ਉਤਰਦੇ। ਉਸ ਦੇ ਨਾਟਕ ਸਮਕਾਲੀ ਸਮਾਜ ਦੇ ਦਰਪਣ ਵੀ ਹਨ। ਪੁਨਰ ਜਾਗਰਣ ਕਾਲ ਦੌਰਾਨ ਡੱਚ, ਜਰਮਨ, ਸਪੇਨੀ ਤੇ ਪੁਰਤਗਾਲੀ ਭਾਸ਼ਾਵਾਂ ਦੇ ਵਿੱਚ ਵੀ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਸਾਹਿਤਕਾਰਾਂ, ਵਿਦਵਾਨਾਂ ਨੇ ਨਵੇਂ-ਨਵੇਂ ਗ੍ਰੰਥਾਂ ਦੀ ਰਚਨਾ ਕੀਤੀ। ਇਹਨਾਂ ਦੇ ਵਿੱਚੋਂ ਇਰਾਸਮਸ ਹਾਲੈਂਡ ਦਾ ਸਾਹਿਤਕਾਰ ਸੀ, ਜਿਸ ਨੂੰ ਯੂਰਪ ਦਾ ਵਿਦਵਾਨ ਵੀ ਕਿਹਾ ਜਾਂਦਾ ਸੀ। ਇਸ ਨੇ ਪੁਰਾਤਨ ਯੂਨਾਨੀ ਤੇ ਲਾਤੀਨੀ ਭਾਸ਼ਾ ਦੇ ਗ੍ਰੰਥਾਂ ਦਾ ਅਧਿਐਨ ਕੀਤਾ। ਜੀਵਨ ਦੇ ਕਈ ਸਾਲ ਇਸ ਨੇ ਫਰਾਂਸ, ਇੰਗਲੈਂਡ, ਜਰਮਨੀ, ਸਵਿਟਜ਼ਰਲੈਂਡ ਦੇ ਵਿੱਚ ਬਿਤਾਏ। ਉਸ ਨੇ ਆਪਣੀਆਂ ਲਿਖਤਾਂ ਦੇ ਵਿੱਚ ਪਾਦਰੀਆਂ ਦੇ ਵਿਲਾਸੀ ਜੀਵਨ ਬਾਰੇ, ਧਾਰਮਿਕ ਜੀਵਨ ਵਿੱਚ ਅਡੰਬਰਾਂ ਤੇ ਅੰਧ ਵਿਸ਼ਵਾਸਾਂ ਦਾ ਮਖੌਲ ਉਡਾਇਆ। ਇਰਾਸਮਸ ਦੇ ਵਿੱਚ ਵਿਅੰਗ ਕਸਣ ਦੀ ਇੱਕ ਅਦਭੁਤ ਕਲਾ ਸੀ। ਇਸ ਨੇ ਵੀ ਜਾਣ ਲਿਆ ਸੀ ਕਿ ਕਈ ਵਾਰੀ ਮਖੌਲ ਉਡਾਉਣਾ ਸ਼ਕਤੀਸ਼ਾਲੀ ਦਲੀਲ ਦੇਣ ਨਾਲੋਂ ਜ਼ਿਆਦਾ ਅਸਰਦਾਰ ਹਥਿਆਰ ਸਿੱਧ ਹੁੰਦਾ ਹੈਗਾ। ਇਰਾਸਮਸ ਦੀਆਂ ਰਚਨਾਵਾਂ ਦੇ ਵਿੱਚੋਂ ਇਨ ਪ੍ਰੇਜ਼ ਆਫ ਫੋਲੀ ਸਭ ਤੋਂ ਪ੍ਰਸਿੱਧ ਸੀ। ਇਸ ਵਿੱਚ ਉਸ ਨੇ ਧਾਰਮਿਕ ਜੀਵਨ ਦੇ ਖੋਖਲੇਪਨ,
ਜਨ ਸਧਾਰਨ ਦੇ ਅੰਧ ਵਿਸ਼ਵਾਸ, ਧਨ ਦੇ ਲੋਭੀ ਸ਼ਾਸਕਾਂ, ਅਗਿਆਨੀ ਧਰਮ ਸ਼ਾਸਤਰੀਆਂ ਤੇ ਯੁੱਧ ਦੀ ਕਰੂਰਤਾ ਉੱਤੇ ਗੰਭੀਰਤਾ ਨਾਲ ਵਿਅੰਗ ਕੀਤਾ ਹੈ। ਦੂਸਰਾ ਹੈ ਮਾਰਟਿਨ ਲੂਥਰ। ਜਰਮਨੀ ਦੇ ਇਸ ਵਿਦਵਾਨ ਨੇ ਜਰਮਨ ਸਾਹਿਤ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਵੱਲੋਂ ਬਾਈਬਲ ਦਾ ਜਰਮਨ ਭਾਸ਼ਾ ਵਿੱਚ ਅਨੁਵਾਦ ਸਾਹਿਤਕ ਖੇਤਰ ਵਿੱਚ ਇੱਕ ਮਹਾਨ ਉਪਲਬਧੀ ਮੰਨੀ ਜਾਂਦੀ ਹੈ। ਤੀਸਰਾ ਸਰਵਾਂਤੇਜ਼। ਸਪੇਨ ਦੇ ਵਿਦਵਾਨਾਂ ਵਿੱਚੋਂ ਸਰਵਾਂਤੇਜ਼ ਨੂੰ ਸਭ ਤੋਂ ਉੱਚਾ ਸਥਾਨ ਹਾਸਲ ਹੈ। ਇਸ ਨੇ ਆਪਣੀ ਵਿਸ਼ਵ ਪ੍ਰਸਿੱਧ ਰਚਨਾ ਡਾਨ ਕੁਇਕਸੋਟ ਵਿੱਚ ਸਮਕਾਲੀ ਸਮਾਜ ਦੀਆਂ ਬੁਰਾਈਆਂ ਦੀ ਵਿਅੰਗਾਤਮਕ ਢੰਗ ਨਾਲ ਨਿਖੇਧੀ ਕੀਤੀ ਹੈ। ਚੌਥਾ ਹੈ ਲੂਈ ਦਾ ਕੈਮੋਇਸ। ਇਸ ਕਾਲ ਦਾ ਸਭ ਤੋਂ ਪ੍ਰਸਿੱਧ ਪੁਰਤਗਾਲੀ ਵਿਦਵਾਨ ਸੀ, ਜਿਸ ਨੇ ਲੂਸੀਆਡਸ ਨਾਮੀ ਗ੍ਰੰਥ ਦੀ ਰਚਨਾ ਕੀਤੀ। ਇਸ ਪ੍ਰਕਾਰ ਵੱਖ-ਵੱਖ ਯੂਰਪੀ ਦੇਸ਼ਾਂ ਦੇ ਅਨੇਕਾਂ ਵਿਦਵਾਨਾਂ, ਅਨੇਕਾਂ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦੇ ਦੁਆਰਾ ਪੁਨਰ ਜਾਗਰਣ ਦਾ ਸੰਦੇਸ਼ ਦਿੱਤਾ। ਸਿੱਟੇ ਵਜੋਂ ਸਿੱਖਿਆ, ਸੰਸਕ੍ਰਿਤੀ ਨੂੰ ਚਰਚ ਦੀ ਗੁਲਾਮੀ ਤੋਂ ਸੁਤੰਤਰਤਾ ਪ੍ਰਾਪਤ ਹੋਈ ਤੇ ਇਤਿਹਾਸ, ਭੂਗੋਲ, ਰਾਜਨੀਤੀ ਸ਼ਾਸਤਰ, ਫਿਲਾਸਫੀ ਅਤੇ ਮਾਨਵਵਾਦ ਵਿਸ਼ਿਆਂ ਦਾ ਸੁਤੰਤਰ ਰੂਪ ਦੇ ਵਿੱਚ ਅਧਿਐਨ ਹੋਣ ਲੱਗਾ। ਦੈਵੀ ਵਿਚਾਰਾਂ ਅਤੇ ਅਧਿਆਤਮਿਕਤਾ ਦੀ ਥਾਂ ਹੁਣ ਮਨੁੱਖ ਅਤੇ ਮਨੁੱਖ ਦੇ ਵਰਤਮਾਨ ਜੀਵਨ ਨੂੰ ਪ੍ਰਮੁੱਖਤਾ ਦਿੱਤੀ ਜਾਣ ਲੱਗੀ। ਧੰਨਵਾਦ।